ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 603 ਤੋਂ ਲੈ ਕੇ 605 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਸੋਰਠ ਮਹੱਲਾ ਤੀਜਾ ਘਰ ਪਹਿਲਾ। ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਹੀ। ਹਉਮੈ ਜਗਤ ਦੁਖ ਰੋਗ ਵਿਆਪਿਆ, ਮਰ ਜਨਮੈ ਰੋਵੈ ਤਾਹੀ। ਪ੍ਰਾਣੀ ਸਤਿਗੁਰ ਸੇਵ ਸੁਖ ਪਾਏ, ਸਤਿਗੁਰ ਸੇਵੇ ਤਾਂ ਸੁਖ ਪਾਵੈ। ਨਾਹੀਂ ਤਾਂ ਜਾਹੇਗਾ ਜਨਮ ਗਵਾਏ। ਰਹਾਓ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਇਸ ਜਗਤ ਦੇ ਵਿੱਚ ਸੁੱਖ ਨਹੀਂ ਮਿਲਦਾ। ਹੋਰ ਕਿਸੇ ਥਾਂ 'ਤੇ ਗਿਆ ਸੁੱਖ ਨਹੀਂ ਮਿਲਦਾ, ਸਤਿਗੁਰ ਦੇ ਰਾਹੀਂ ਹੀ ਸੁੱਖ ਪ੍ਰਾਪਤ ਹੁੰਦਾ ਹੈ। ਜਗਤ ਕਹਿੰਦੇ ਹਉਮੈ ਦੇ ਰੋਗ ਦੇ ਵਿੱਚ ਵਿਆਪਕ ਹੋਇਆ। ਇਸ ਹਉਮੈ ਦੇ ਰੋਗ ਦੇ ਕਾਰਨ ਫਿਰ ਜਗਤ ਵਿੱਚ ਆਵਾਗਮਨ ਦਾ ਚੱਕਰ ਚੱਲ ਰਿਹਾ ਤੇ ਜੀਵ ਦੁਖੀ ਹੁੰਦੇ ਹਨ। ਕਹਿੰਦੇ ਹੇ ਪ੍ਰਾਣੀ, ਸਤਿਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰ, ਫਿਰ ਤੈਨੂੰ ਸੁੱਖ ਮਿਲੂਗਾ। ਸਤਿਗੁਰ ਦੀ ਦੱਸੀ ਹੋਈ ਸੇਵਾ ਭਗਤੀ ਹੋਏਗੀ ਤਾਂ ਸੁੱਖ ਮਿਲੇਗਾ, ਨਹੀਂ ਤੇ ਇਹ ਮਨੁੱਖਾ ਜਨਮ ਵਿਅਰਥ ਚਲੇ ਜਾਣਾ ਹੈ। ਤ੍ਰੈ ਗੁਣ ਧਾਤ ਬਹੁ ਕਰਮ ਕਮਾਵੈ, ਹਰ ਰਸ ਸਾਧ ਨ ਆਇਆ। ਸੰਧਿਆ ਤਰਪਣ ਕਰੈ ਗਾਇਤਰੀ, ਬਿਨ ਬੂਝੈ ਦੁਖ ਪਾਇਆ। ਕਹਿੰਦੇ ਪਰਮੇਸ਼ਰ ਦਾ ਨਾਮ ਰਸ ਚੱਖਣ ਤੋਂ ਬਿਨਾਂ ਜੀਵ ਨੂੰ ਨਾਮ ਰਸ ਦਾ ਸਵਾਦ ਨਹੀਂ ਆਉਂਦਾ। ਜਿਹੜੇ ਜੀਵ ਕਹਿੰਦੇ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹੋਰ ਧਾਰਮਿਕ ਕੰਮ ਕਰਦੇ ਨੇ, ਉਹ ਸਾਰੇ ਵਿਅਰਥ ਚਲੇ ਜਾਂਦੇ ਨੇ। ਜਿਸ ਤਰ੍ਹਾਂ ਪੰਡਿਤ ਬਾਰੇ ਕਹਿ ਰਹੇ ਨੇ ਕਿ ਵੀ ਸੰਧਿਆ ਦੇ ਤਿੰਨੋਂ ਪਾਠ ਕਰਦਾ, ਫਿਰ ਪਾਣੀ ਦਿੰਦਾ, ਗਾਇਤਰੀ ਮੰਤਰ ਪੜ੍ਹਦਾ, ਪਰ ਜੀਵਨ ਦੀ ਅਸਲੀਅਤ ਤੋਂ ਬਿਨਾਂ ਦੁੱਖ ਹੀ ਭੋਗਦਾ ਹੈ। ਸਤਿਗੁਰ ਸੇਵੇ ਸੋ ਵਡ ਭਾਗੀ, ਜਿਸਨੂੰ ਆਪ ਮਿਲਾਏ। ਹਰ ਰਸ ਪੀ ਜਨ ਸਦਾ ਤ੍ਰਿਪਤਾਸੇ, ਵਿੱਚੋਂ ਆਪ ਗਵਾਏ। ਕਹਿੰਦੇ ਜਿਹੜੇ ਜੀਵ ਸਤਿਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ, ਉਹ ਵੱਡੇ ਭਾਗਾਂ ਵਾਲੇ ਨੇ। ਪਰ ਕਹਿੰਦੇ ਵੱਡੇ ਭਾਗ ਉਹਨਾਂ ਦੇ ਵੀ ਨੇ ਜਿਨ੍ਹਾਂ ਨੂੰ ਪਰਮੇਸ਼ਰ ਗੁਰੂ ਦੇ ਨਾਲ ਮਿਲਾ ਦਿੰਦਾ ਹੈ। ਫਿਰ ਗੁਰੂ ਦੇ ਨਾਲ ਮਿਲਿਆ ਜੀਵ ਹਰੀ ਦੇ ਨਾਮ ਦਾ ਰਸ ਚੱਖਦੇ ਨੇ, ਫਿਰ ਉਹ ਤ੍ਰਿਪਤ ਹੋ ਜਾਂਦੇ ਨੇ ਮਾਇਆ ਵੱਲੋਂ। ਉਹਨਾਂ ਦੇ ਅੰਦਰੋਂ ਹੰਕਾਰ ਵੀ ਖਤਮ ਹੋ ਜਾਂਦਾ। ਇਹ ਜਗ ਅੰਧਾ ਸਭ ਅੰਧ ਕਮਾਵੈ, ਬਿਨ ਗੁਰ ਮਗ ਨ ਪਾਏ। ਨਾਨਕ ਸਤਿਗੁਰ ਮਿਲੇ ਤਾਂ ਅੱਖੀਂ ਵੇਖੈ, ਘਰੈ ਅੰਦਰ ਸੱਚ ਪਾਏ। ਫਿਰ ਨਾਨਕ ਜੀ ਕਹਿੰਦੇ ਨੇ ਜਿਹੜਾ ਇਹ ਜਗਤ ਆ ਮਾਇਆ ਦੇ ਵਿੱਚ ਅੰਨਾ ਹੋਇਆ, ਤੇ ਜਿਹੜੇ ਫਿਰ ਮਾਇਆ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ ਉਹ ਵੀ ਅਗਿਆਨਤਾ ਵਾਲੇ ਨੇ। ਗੁਰੂ ਤੋਂ ਬਿਨਾਂ ਉਸ ਨੂੰ ਜੀਵਨ ਦਾ ਸਹੀ ਰਾਸਤਾ ਪਤਾ ਨਹੀਂ ਲੱਗਦਾ। ਪਰ ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਜੀਵ ਦਾ, ਫਿਰ ਉਹ ਪਰਮੇਸ਼ਰ ਦੇ ਦਰਸ਼ਨ ਅੱਖੀਂ ਕਰਦਾ ਤੇ ਆਪਣੇ ਹਿਰਦੇ ਘਰ ਵਿੱਚ ਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ। ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ, ਜੁਗ ਚਾਰੇ ਪਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਹ ਬੁਝਾਈ। ਕਹਿੰਦੇ ਜੋ ਸਤਿਗੁਰ ਦੀ ਦੱਸੀ ਹੋਈ ਸੇਵਾ ਭਗਤੀ ਆ, ਜੇ ਉਹ ਜੀਵ ਨਹੀਂ ਕਰਦਾ, ਫਿਰ ਜੀਵ ਸਦਾ ਹੀ ਭਟਕਦਾ ਰਹਿੰਦਾ, ਦੁੱਖ ਵਿੱਚ ਰਹਿੰਦਾ। ਕਹਿੰਦੇ ਹੇ ਪਰਮੇਸ਼ਰ ਜੀ, ਤੁਸੀਂ ਸਦਾ ਹੀ ਦਾਤੇ ਹੋ ਅਤੇ ਅਸੀਂ ਸਦਾ ਹੀ ਦੀਨ ਆ, ਨਿਮਾਣੇ ਆ। ਸਾਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਅਸਲੀਅਤ ਜੀਵਨ ਦੀ ਸਮਝਾ ਦਿਓ, ਆਪਾ ਬੁਝਾ ਦਿਓ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ। ਹਰ ਨਾਮ ਦੇਵੋ ਆਧਾਰੇ। ਰਹਾਓ। ਕਹਿੰਦੇ ਹੇ ਪਰਮੇਸ਼ਰ ਜੀ, ਕਿਰਪਾ ਕਰੋ, ਸਤਿਗੁਰੂ ਦੇ ਨਾਲ ਮੇਲ ਕਰਾ ਦਿਓ। ਫਿਰ ਸਤਿਗੁਰੂ ਦੇ ਰਾਹੀਂ ਹੀ ਤੁਹਾਡੇ ਨਾਮ ਦੀ ਦਾਤ ਮਿਲਦੀ ਹੈ ਅਤੇ ਉਹ ਨਾਮ ਹੀ ਸਾਡੀ ਜ਼ਿੰਦਗੀ ਦਾ ਆਧਾਰ ਹੈ।
ਮਾਨਸਾ ਮਾਰ ਦੁਬਿਧਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ। ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਵਿਖ ਕਾਟਣ ਹਾਰਾ। ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦਾ ਅਪਰੰਪਰ ਨਾਮ ਪਾ ਲਿਆ, ਉਹਦੇ ਅੰਦਰੋਂ ਤ੍ਰਿਸ਼ਨਾ ਖਤਮ ਹੋ ਜਾਂਦੀ ਆ, ਉਹਦੀ ਮਨਸਾ ਖਤਮ ਹੋ ਜਾਂਦੀਆਂ ਨੇ। ਜਿਹੜੀ ਦੁਬਿਧਾ ਹੈਗੀ ਆ ਉਹ ਨਾਮ ਦੇ ਰਾਹੀਂ ਖਤਮ ਹੋ ਜਾਂਦੀ ਹੈ ਅਤੇ ਜੀਵ ਨਾਮ ਦੇ ਰਾਹੀਂ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ। ਇਸ ਤਰ੍ਹਾਂ ਕਹਿੰਦੇ ਹਰੀ ਦੇ ਨਾਮ ਦਾ ਰਸ ਚੱਖ ਕੇ ਜੀਵ ਦਾ ਮਨ ਨਿਰਮਲ ਹੋ ਜਾਂਦਾ, ਜਿਹਦੇ ਨਾਲ ਉਹਦੇ ਸਾਰੇ ਪਾਪ ਕੱਟ ਹੋ ਜਾਂਦੇ ਨੇ। ਵਾਹਿਗੁਰੂ ਜੀ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾ ਫਿਰ ਮਰਨ ਨ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਬਦੇ ਪਾਵੈ ਕੋਈ। ਜਿਹੜੇ ਕਹਿੰਦੇ ਜੀਵ ਗੁਰੂ ਦੇ ਸ਼ਬਦ ਦੇ ਰਾਹੀਂ ਵਿਕਾਰਾਂ ਵੱਲੋਂ ਅਛੋਹ ਹੋ ਜਾਂਦੇ ਨੇ, ਵਿਕਾਰਾਂ ਵੱਲੋਂ ਉਹਨਾਂ ਦਾ ਮਨ ਮਰ ਜਾਂਦਾ, ਫਿਰ ਉਹ ਸਦਾ ਲਈ ਜੀਵਤ ਹੋ ਜਾਂਦੇ ਨੇ, ਉਹਨਾਂ ਨੂੰ ਆਤਮਿਕ ਜੀਵਨ ਮਿਲ ਜਾਂਦਾ, ਫਿਰ ਉਹਨਾਂ ਨੂੰ ਕਦੇ ਆਤਮਿਕ ਮੌਤ ਨਹੀਂ ਆਉਂਦੀ। ਕਹਿੰਦੇ ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਭ ਦੇ ਪਾਵੈ ਕੋਈ। ਜਿਹੜਾ ਗੁਰੂ ਦੇ ਦਿੱਤਾ ਹੋਇਆ ਅੰਮ੍ਰਿਤ ਨਾਮ ਆ ਪਰਮੇਸ਼ਰ ਦਾ, ਉਹ ਸਦਾ ਹੀ ਮਨ ਨੂੰ ਮਿੱਠਾ ਲੱਗਦਾ ਹੈਗਾ, ਪਰ ਗੁਰੂ ਦੇ ਸ਼ਬਦ ਦੇ ਰਾਹੀਂ ਕੋਈ ਵਿਰਲੇ ਹੀ ਪਾਉਂਦੇ ਨੇ ਇਹ ਦਾਤ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸੇਈ। ਕਹਿੰਦੇ ਪਰਮੇਸ਼ਰ ਨੇ ਆਪਣੀ ਜਿਹੜੀ ਨਾਮ ਦੀ ਦਾਤ ਆ ਆਪਣੇ ਹੱਥ ਵਿੱਚ ਰੱਖੀ ਆ, ਜਿਸ 'ਤੇ ਪ੍ਰਸੰਨ ਹੁੰਦਾ ਉਸ ਨੂੰ ਹੀ ਇਹ ਨਾਮ ਦੀ ਦਾਤ ਗੁਰੂ ਦੇ ਰਾਹੀਂ ਮਿਲਦੀ ਆ। ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਨਾਮ ਰੰਗ ਵਿੱਚ ਰੰਗੇ ਨੇ ਉਹ ਹਮੇਸ਼ਾ ਇਸ ਲੋਕ ਵਿੱਚ ਵੀ ਸੁੱਖ ਪਾਉਂਦੇ ਨੇ ਅਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉਹ ਸਤਿਕਾਰ ਪਾਉਂਦੇ ਨੇ। ਸੋਰਠ ਮਹੱਲਾ ਤੀਜਾ। ਸਤਿਗੁਰ ਸੇਵੇ ਤਾਂ ਸਹਿਜ ਤੁਨ ਉਪਜੈ, ਗਤ ਮਤ ਤਦ ਹੀ ਪਾਏ। ਹਰ ਕਾ ਨਾਮ ਸੱਚਾ ਮਨ ਵਸਿਆ, ਨਾਮੇ ਨਾਮ ਸਮਾਏ। ਜਿਹੜੇ ਜੀਵ ਕਹਿੰਦੇ ਪਾਤਸ਼ਾਹ ਸਤਿਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ, ਉਹਨਾਂ ਦੇ ਅੰਦਰ ਨਿਰੰਤਰ ਕਹਿੰਦੇ ਜਿਸ ਤਰ੍ਹਾਂ ਇੱਕ ਆਤਮਿਕ ਅਡੋਲਤਾ ਦੀ ਰੌਂ ਚੱਲ ਪੈਂਦੀ ਆ, ਉਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਦੇ ਨੇ। ਉਹਨਾਂ ਦੀ ਜਿਹੜੀ ਬੁੱਧੀ ਹੈਗੀ ਆ ਉਹ ਵੀ ਕਹਿੰਦੇ ਬਲ ਵਾਲੀ ਹੋ ਜਾਂਦੀ ਆ, ਉਹਨਾਂ ਦੀ ਅਕਲ ਚੰਗੀ ਹੋ ਜਾਂਦੀ ਆ। ਹਰੀ ਦਾ ਨਾਮ ਕਹਿੰਦੇ ਹਰ ਕਾ ਨਾਮ ਸੱਚਾ ਮਨ ਵਸਿਆ। ਫਿਰ ਹਰੀ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ, ਨਾਮ ਦੇ ਰਾਹੀਂ ਹੀ ਉਹਨਾਂ ਦੀ ਸਮਾਈ ਨਾਮ ਵਿੱਚ ਹੋ ਜਾਂਦੀ ਆ। ਬਿਨ ਸਤਿਗੁਰ ਸਭ ਜਗ ਬਉਰਾਨਾ, ਮਨ ਮੁਖ ਅੰਧਾ ਸ਼ਬਦ ਨ ਜਾਣੈ, ਝੂਠੈ ਭਰਮ ਭੁਲਾਨਾ। ਰਹਾਓ। ਕਹਿੰਦੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਜੱਗ ਝੱਲਾ ਹੋਇਆ ਹੋਇਆ। ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਮਾਇਆ ਦੇ ਵਿੱਚ ਅਗਿਆਨਤਾ ਦੇ ਵਿੱਚ ਲੱਗੇ ਰਹਿੰਦੇ ਨੇ, ਗੁਰੂ ਦੇ ਸ਼ਬਦ ਦੇ ਨਾਲ ਸਾਂਝ ਨਹੀਂ ਪਾਉਂਦੇ। ਫਿਰ ਉਹ ਜਿਹੜੀ ਇਹ ਝੂਠਾ ਜਗਤ ਆ ਇਹਦੇ ਵਿੱਚ ਭਰਮ ਦੇ ਵਿੱਚ ਭੁੱਲੇ ਆਪਣਾ ਜੀਵਨ ਬਿਤਾਉਂਦੇ ਨੇ। ਤ੍ਰੈ ਗੁਣ ਮਾਇਆ ਭਰਮ ਭੁਲਾਇਆ, ਹਉਮੈ ਬੰਧਨ ਕਮਾਏ। ਜੰਮਣ ਮਰਨ ਸਿਰ ਉਪਰ ਉਬੋ, ਗਰਭ ਜੋਨ ਦੁਖ ਪਾਏ। ਫਿਰ ਕਹਿੰਦੇ ਆਪਣੀ ਮਨ ਦੀ ਮੱਤ ਪਿੱਛੇ ਚੱਲਣ ਵਾਲੇ ਜੀਵ ਮਾਇਆ ਦੇ ਤਿੰਨਾਂ ਗੁਣਾਂ ਦੇ ਕਾਰਨ ਭਰਮ ਵਿੱਚ ਰਹਿੰਦੇ ਨੇ। ਹਉਮੈ ਹੈ ਉਹਨਾਂ ਨੂੰ, ਵਿਕਾਰਾਂ ਦੇ ਬੰਧਨ ਬਣੇ ਰਹਿੰਦੇ ਨੇ, ਆਵਾਗਮਨ ਦਾ ਚੱਕਰ ਉਹਨਾਂ ਦੇ ਸਿਰ 'ਤੇ ਰਹਿੰਦਾ। ਇਸ ਤਰ੍ਹਾਂ ਅਲੱਗ-ਅਲੱਗ ਗਰਭ ਜੋਨਾਂ ਦੇ ਵਿੱਚ ਪੈਂਦੇ ਨੇ ਅਤੇ ਬੜਾ ਦੁੱਖ ਸਹਾਰਦੇ ਨੇ। ਤ੍ਰੈ ਗੁਣ ਵਰਤੈ ਸਗਲ ਸੰਸਾਰਾ, ਹਉਮੈ ਵਿੱਚ ਪਤ ਖੋਈ। ਗੁਰਮੁਖ ਹੋਵੇ ਚੌਥਾ ਪਦ ਚੀਨੈ, ਰਾਮ ਨਾਮ ਸੁਖ ਹੋਈ। ਫਿਰ ਕਹਿੰਦੇ ਸਾਰਾ ਸੰਸਾਰ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹੋਣ ਕਰਕੇ ਹਉਮੈ ਵਿੱਚ ਰਹਿੰਦਾ, ਇਸ ਕਰਕੇ ਆਪਣੀ ਇੱਜ਼ਤ ਗਵਾ ਲੈਂਦਾ ਹੈ। ਕਹਿੰਦੇ ਜਿਹੜਾ ਜੀਵ ਕੋਈ ਗੁਰੂ ਦੇ ਸਨਮੁਖ ਹੁੰਦਾ ਉਹ ਫਿਰ ਤਿੰਨਾਂ ਮਾਇਆ ਦੇ ਗੁਣਾਂ ਤੋਂ ਉੱਪਰ ਉੱਠ ਕੇ
ਚੌਥੀ ਜਿਹੜੀ ਹੈਗੀ ਆ ਪਰਮ ਪਦ ਦੀ ਅਵਸਥਾ ਪਾਉਂਦਾ। ਹਰੀ ਦੇ ਨਾਮ ਨੂੰ ਉਹ ਸਮਝਦਾ, ਨਾਮ ਦੇ ਨਾਲ ਜਾਣ ਪਛਾਣ ਪਾਉਂਦਾ ਤੇ ਉਹਨੂੰ ਫਿਰ ਸਦਾ ਹੀ ਸੁੱਖ ਰਹਿੰਦਾ। ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ, ਜੋ ਤੂੰ ਕਰੈ ਸੋ ਹੋਈ। ਨਾਨਕ ਰਾਮ ਨਾਮ ਨਿਸਤਾਰਾ, ਸਭ ਦੇ ਹਉਮੈ ਖੋਈ। ਫਿਰ ਕਹਿੰਦੇ ਹੇ ਪਰਮੇਸ਼ਰ ਜੀ, ਜਿਹੜੇ ਮਾਇਆ ਦੇ 3 ਗੁਣ ਨੇ ਇਹ ਵੀ ਤੂੰ ਆਪ ਹੀ ਬਣਾਏ ਨੇ। ਜਗਤ ਵਿੱਚ ਉਹੀ ਕੁਛ ਹੁੰਦਾ ਜੋ ਤੂੰ ਆਪ ਕਰ ਰਿਹਾ। ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਵਿੱਚ ਜੁੜਿਆ ਜੀਵ ਦਾ ਇਹਨਾਂ ਮਾਇਆ ਦੇ 3 ਗੁਣਾਂ ਤੋਂ, ਸੰਸਾਰ ਦੇ ਭਵਜਲ ਤੋਂ ਪਾਰ ਉਤਾਰਾ ਹੋ ਜਾਂਦਾ ਤੇ ਗੁਰੂ ਦੇ ਸ਼ਬਦ ਦੇ ਰਾਹੀਂ ਜੀਵ ਦੇ ਵਿੱਚੋਂ ਹਉਮੈ ਖਤਮ ਹੋ ਜਾਂਦੀ ਆ। ਵਾਹਿਗੁਰੂ ਜੀ। ਸੋਰਠ ਮਹੱਲਾ ਚੌਥਾ। ਘਰ ਪਹਿਲਾ ਏਕ ਓਂਕਾਰ, ਸਤਿਗੁਰ ਪ੍ਰਸਾਦ। ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹਾ। ਵਣਜਾਰਾ ਜਗ ਆਪ ਹੈ ਪਿਆਰਾ, ਆਪੇ ਸਾਚਾ ਸਾਹਾ। ਆਪੇ ਵਣਜ ਵਪਾਰੀਆ ਪਿਆਰਾ, ਆਪੇ ਸੱਚ ਵਿਸਾਹਾ। ਜਪ ਮਨ ਹਰ ਹਰ ਨਾਮ ਸਲਾਹਾ, ਗੁਰ ਕਿਰਪਾ ਤੇ ਪਾਈਐ ਪਿਆਰਾ। ਅੰਮ੍ਰਿਤ ਅਗੰਮ ਅਥਾਹਾ ਰਹਾਓ। ਹਾਂਜੀ ਸੰਗਤ ਜੀ, ਗੁਰੂ ਰਾਮਦਾਸ ਜੀ ਕਹਿੰਦੇ ਨੇ ਹੇ ਪਰਮੇਸ਼ਰ ਜੀ, ਤੂੰ ਜਗਤ ਦੇ ਵਿੱਚ ਆਪੇ ਹੀ ਹਰ ਜਗ੍ਹਾ 'ਤੇ ਵਿਆਪਕ ਹੈ। ਵਿਆਪਕ ਹੁੰਦਾ ਹੋਇਆ ਵੀ ਤੂੰ ਨਿਰਲੇਪ ਵੀ ਹੈ। ਜਗਤ ਦੇ ਵਿੱਚ ਵਣਜ ਕਰਨ ਵਾਲਾ ਵਣਜਾਰਾ ਵੀ ਆਪੇ ਹੈ ਤੇ ਸ਼ਾਹੂਕਾਰ ਵੀ ਆਪੇ ਹੈ। ਵਣਜ ਆਪੇ ਹੈ, ਵਪਾਰ ਕਰਨ ਵਾਲਾ ਆਪੇ ਹੈ ਤੇ ਜੋ ਸਰਮਾਇਆ ਹੈ ਉਹ ਵੀ ਤੂੰ ਆਪ ਹੀ ਹੈ। ਕਹਿੰਦੇ ਹੇ ਮੇਰੇ ਮਨ, ਉਸ ਪਰਮੇਸ਼ਰ ਦੀ ਸਿਫਤ ਸਲਾਹ ਹਮੇਸ਼ਾ ਹੀ ਕਰ। ਉਹ ਕਹਿੰਦੇ ਗੁਰੂ ਦੀ ਕਿਰਪਾ ਰਾਹੀਂ ਪਾਇਆ ਜਾਂਦਾ। ਉਹ ਪਰਮੇਸ਼ਰ ਜੋ ਸਾਨੂੰ ਆਤਮਿਕ ਜੀਵਨ ਦਿੰਦਾ, ਜੋ ਅਦ੍ਰਿਸ਼ਟ ਹੈ ਤੇ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪੇ ਸੁਣ ਸਭ ਵੇਖਦਾ ਪਿਆਰਾ, ਮੁਖ ਬੋਲੇ ਆਪ ਮੁਹਾ। ਆਪੇ ਉਜੜ ਪਾਈਦਾ ਪਿਆਰਾ, ਆਪ ਵਿਖਾਲੇ ਰਾਹਾ। ਕਹਿੰਦੇ ਪਰਮੇਸ਼ਰ ਜੀਵਾਂ ਦੀ ਅਰਦਾਸ ਸੁਣਦਾ, ਸਾਰਿਆਂ ਦੀ ਦੇਖਭਾਲ ਕਰਦਾ ਤੇ ਆਪਣੇ ਮੁਖ ਤੋਂ ਧਰਵਾਸ ਦੇਣ ਵਾਲੇ ਸ਼ਬਦ ਵੀ ਬੋਲਦਾ। ਆਪੇ ਹੀ ਜੀਵਾਂ ਨੂੰ ਕੁਰਾਹੇ ਪਾਉਂਦਾ, ਆਪੇ ਹੀ ਜੀਵਾਂ ਨੂੰ ਸਿੱਧੇ ਰਾਹ ਪਾਉਂਦਾ। ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਵੇ ਪਰਵਾਹ। ਆਪੇ ਆਪ ਉਪਾਇਦਾ ਪਿਆਰਾ, ਸਿਰ ਆਪੇ ਤੰਦੜੈ ਲਾਹਾ। ਕਹਿੰਦੇ ਪਰਮੇਸ਼ਰ ਸਭ ਕੁਛ ਕਰਨ ਵਾਲਾ ਆਪ ਹੈ ਤੇ ਇੰਨਾ ਕੁਛ ਸੰਸਾਰ ਦਾ ਜਿਹੜਾ ਸੰਭਾਲਦਾ, ਇੰਨਾ ਕਲਜਗਨ, ਉਹਦੇ ਹੁੰਦਿਆਂ ਹੋਇਆਂ ਵੀ ਕਹਿੰਦੇ ਬੇਪਰਵਾਹ, ਉਹਨੂੰ ਕੋਈ ਚਿੰਤਾ ਨਹੀਂ ਹੈ। ਆਪ ਹੀ ਸੰਸਾਰ ਨੂੰ ਪੈਦਾ ਕਰਦਾ, ਫਿਰ ਆਪ ਨੂੰ ਹੀ ਸਾਰਿਆਂ ਨੂੰ ਅਲੱਗ-ਅਲੱਗ ਧੰਦਿਆਂ ਵਿੱਚ ਲਾਉਂਦਾ। ਆਪ ਕਰਾਏ ਸਾਖਤੀ ਪਿਆਰਾ, ਆਪੇ ਮਾਰੇ ਮਰ ਜਾਹਾ। ਆਪੇ ਪਤਨ ਪਾਤਣੀ ਪਿਆਰਾ, ਆਪੇ ਪਾਰ ਲੰਘਾਹਾ। ਆਪੇ ਹੀ ਕਹਿੰਦੇ ਫਿਰ ਜੀਵਾਂ ਦੀ ਬਣਤਰ ਬਣਾਉਂਦਾ, ਆਪੇ ਹੀ ਜੀਵਾਂ ਨੂੰ ਨਾਸ਼ ਕਰਦਾ, ਫਿਰ ਜੀਵ ਮਰਦੇ ਨੇ। ਆਪੇ ਹੀ ਕਹਿੰਦੇ ਸੰਸਾਰ ਸਾਗਰ ਤੋਂ ਤਾਰਨ ਲਈ ਪੱਤਣ ਹੈ। ਆਪੇ ਹੀ ਗੁਰੂ ਦੇ ਰੂਪ ਵਿੱਚ ਸੰਸਾਰ ਸਾਗਰ ਤੋਂ ਲੰਘਾਉਣ ਵਾਲਾ ਮਲਾਹ ਵੀ ਬਣਦਾ ਹੈ। ਆਪੇ ਸਾਗਰ ਬੋਹਿਥਾ ਪਿਆਰਾ, ਗੁਰ ਖੇਵਟ ਆਪ ਚਲਾਹਾ। ਆਪੇ ਹੀ ਚੜ ਲੰਘਦਾ ਪਿਆਰਾ, ਕਰ ਚੋਜ ਵੇਖੈ ਪਾਤਸ਼ਾਹਾ। ਫਿਰ ਕਹਿੰਦੇ ਸੰਸਾਰ ਦਾ ਜਿਹੜਾ ਸਾਗਰ ਆ ਉਹ ਵੀ ਪਰਮੇਸ਼ਰ ਆਪ ਹੀ ਆ, ਵਿੱਚ ਜਿਹੜਾ ਪਾਰ ਕਰਾਉਣ ਵਾਲਾ ਜਹਾਜ਼ ਵੀ ਆਪ ਹੀ ਹੈ। ਫਿਰ ਗੁਰੂ ਦੇ ਰੂਪ ਵਿੱਚ ਮਲਾਹ ਵੀ ਆਪ ਹੀ ਹੈ। ਆਪ ਹੀ ਇਸ ਜਹਾਜ਼ ਵਿੱਚ ਚੜ੍ਹ ਕੇ ਲੰਘਣ ਵਾਲਾ ਹੈ। ਕਹਿੰਦੇ ਜਿਹੜੇ ਆਪਣੇ ਇਹ ਜਗਤ ਦਾ ਤਮਾਸ਼ਾ ਹੈ, ਪਰਮੇਸ਼ਰ ਇਹਨੂੰ ਆਪ ਹੀ ਦੇਖ ਰਿਹਾ ਕਰਕੇ।
ਕਿਉਂਕਿ ਜੇ ਹਰ ਇੱਕ ਚੀਜ਼ 'ਚ ਆਪ ਵਿਆਪਕ ਹੈ, ਫਿਰ ਹਰ ਇੱਕ ਚੀਜ਼ ਆਪ ਹੀ ਹੋਇਆ ਨਾ। ਜੀਵ ਵੀ ਆਪ ਹੈ, ਗੁਰੂ ਵੀ ਆਪ ਹੈ, ਪਰਮੇਸ਼ਰ ਵੀ ਆਪ ਹੈ, ਸਭ ਕੁਛ ਆਪੇ ਹੀ ਆਪ। ਆਪੇ ਆਪ ਦਿਆਲ ਹੈ ਪਿਆਰਾ, ਜਨ ਨਾਨਕ ਬਖਸ਼ ਮਿਲਾਹਾ। ਕਹਿੰਦੇ ਆਪੇ ਹੀ ਪਰਮੇਸ਼ਰ ਦਿਆਲੂ ਹੈ। ਕਹਿੰਦੇ ਹੇ ਪਰਮੇਸ਼ਰ ਜੀ, ਤੂੰ ਆਪ ਹੀ ਫਿਰ ਜੀਵਾਂ ਨੂੰ ਬਖਸ਼ਿਸ਼ ਕਰਕੇ ਆਪ ਹੀ ਆਪਣੇ ਨਾਲ ਮਿਲਾ ਲੈਣਾ ਹੈ। ਸੋਰਠ ਮਹੱਲਾ ਚੌਥਾ। ਆਪੇ ਅੰਡਜ ਜੇਰਜ ਸੇਤਜ, ਉਤਪੁਜ ਆਪੇ ਖੰਡ ਆਪੇ ਸਭ ਲੋਏ। ਆਪੇ ਸੂਤ ਆਪੇ ਬਹੁਮਣੀਆਂ, ਕਰ ਸਕਤੀ ਜਗਤ ਪਰੋਏ। ਆਪੇ ਹੀ ਸੂਤ ਤਾਰ ਹੈ ਪਿਆਰਾ, ਸੂਤ ਖਿੰਚੇ ਟਹਟੇਰੀ ਹੋਏ। ਮੇਰੇ ਮਨ ਮੈਂ ਹਰ ਬਿਨ ਅਵਰ ਨ ਕੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਰ ਦਿਆ ਅੰਮ੍ਰਿਤ ਮੁਖ ਚੋਏ। ਰਹਾਓ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਗੁਰੂ ਰਾਮਦਾਸ ਜੀ ਕਿ ਪਰਮੇਸ਼ਰ ਸਾਰੀਆਂ ਖਾਣੀਆਂ ਜਿਵੇਂ ਅੰਡ ਜੇਰ ਸੇਤਜ ਉਤਪੁਜ, ਇਹ ਵੀ ਸਭ ਆਪ ਹੈ। ਧਰਤੀ ਦੇ ਜਿਹੜੇ 9 ਖੰਡ ਨੇ ਉਹ ਵੀ ਆਪ ਹੈ। ਸਾਰੇ ਜਿਹੜੇ ਧਰਤੀ 'ਤੇ ਭਵਨ ਨੇ ਉਹ ਵੀ ਆਪ ਹੈ, ਕਿਉਂਕਿ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ। ਆਪੇ ਹੀ ਕਹਿੰਦੇ ਜਿਹੜੇ ਮਣਕੇ ਰੂਪੀ ਜੀਵ ਨੇ ਮਾਲਾ ਦੇ, ਆਪ ਹੀ ਹੈ। ਉਹਨਾਂ ਨੂੰ ਜਿਹੜੇ ਇੱਕ ਧਾਗੇ ਵਿੱਚ ਪਰੋਇਆ ਹੈ, ਉਹ ਧਾਗਾ ਵੀ ਆਪ ਹੀ ਹੈ। ਇੱਕ ਪਰਮੇਸ਼ਰ ਦੀ ਇੱਕ ਸੱਤਾ ਹੈ ਨਾ, ਜਿਹੜੀ ਇੱਕ ਧਾਗੇ ਦੇ ਰੂਪ ਵਿੱਚ ਸਾਰੇ ਜੀਵਾਂ ਦੇ ਵਿੱਚ ਪਰੋਈ ਹੋਈ ਹੈ। ਫਿਰ ਕਹਿੰਦੇ ਉਹ ਧਾਗਾ ਵੀ ਆਪ ਹੈ, ਜਿਹਦੇ ਰਾਹੀਂ ਸੱਤਿਆ ਦੇ ਰਾਹੀਂ ਸਾਰੇ ਜੀਵ ਜਿੰਦਾ ਨੇ। ਫਿਰ ਜਿਹੜਾ ਉਹ ਸੱਤਿਆ ਵਾਲਾ ਧਾਗਾ ਜਦੋਂ ਉਹਨੂੰ ਖਿੱਚ ਲੈਂਦਾ, ਫਿਰ ਜੀਵ ਢਹਿ ਢੇਰੀ ਹੋ ਜਾਂਦੇ ਨੇ, ਫਿਰ ਸੰਸਾਰ ਖਤਮ ਹੋ ਜਾਂਦਾ। ਆਪਣੀ ਸੱਤਿਆ ਵੀ ਪਰਮੇਸ਼ਰ ਨੇ ਜਗਤ ਵਿੱਚ ਆਪ ਪਾਈ ਹੋਈ ਹੈ, ਆਪਣੀ ਇੱਛਾ ਦੇ ਅਨੁਸਾਰ ਉਸ ਸੱਤਿਆ ਨੂੰ ਵਾਪਸ ਵੀ ਕਰ ਲੈਂਦਾ ਹੈ। ਕਹਿੰਦੇ ਹੇ ਮੇਰੇ ਮਨ, ਉਸ ਪਰਮੇਸ਼ਰ ਤੋਂ ਬਿਨਾਂ ਸਾਡਾ ਹੋਰ ਕੋਈ ਆਸਰਾ ਨਹੀਂ ਹੈ। ਸਤਿਗੁਰ ਨੂੰ ਜੋ ਨਾਮ ਦਾ ਖਜ਼ਾਨਾ ਦਿੱਤਾ ਹੈ, ਉਹ ਵੀ ਪਰਮੇਸ਼ਰ ਨੇ ਦਿੱਤਾ ਹੈ ਜੀਵਾਂ ਲਈ। ਫਿਰ ਸਤਿਗੁਰ ਆਪਣੀ ਮਿਹਰ ਕਰਕੇ ਸਿੱਖ ਦੇ ਮੁਖ ਦੇ ਵਿੱਚ ਉਹ ਅੰਮ੍ਰਿਤ ਦਾ ਨਾਮ ਚਾਹੁੰਦਾ ਹੈ। ਆਪੇ ਜਲ ਥਲ ਸਬਤ ਹੈ ਪਿਆਰਾ, ਪ੍ਰਭ ਆਪੇ ਕਰੇ ਸੋ ਹੋਏ। ਸਭਨਾ ਰਿਚਕ ਸਮਾਹਦਾ ਪਿਆਰਾ, ਦੂਜਾ ਅਵਰ ਨ ਕੋਏ। ਸਭਨਾ ਰਿਜਕ ਸਮਾਹਦਾ ਪਿਆਰਾ, ਦੂਜਾ ਅਵਰ ਨ ਕੋਏ। ਕਹਿੰਦੇ ਸਾਰੇ ਜਲ ਵਿੱਚ, ਧਰਤੀ 'ਤੇ, ਹਰ ਜਗ੍ਹਾ 'ਤੇ ਪਰਮੇਸ਼ਰ ਆਪ ਹੀ ਹੈ ਅਤੇ ਸਾਰਿਆਂ ਨੂੰ ਰਿਜ਼ਕ ਵੀ ਪਹੁੰਚਾਉਂਦਾ ਹੈ। ਉਹਦੇ ਤੋਂ ਬਿਨਾਂ ਦੇਣ ਵਾਲਾ ਦਾਤਾ ਕੋਈ ਹੈ ਨਹੀਂ। ਆਪੇ ਖੇਲ ਖਿਲਾਇਦਾ ਪਿਆਰਾ, ਆਪੇ ਕਰੇ ਸੋ ਹੋਏ। ਆਪੇ ਹੀ ਆਪ ਨਿਰਮਲਾ ਪਿਆਰਾ, ਆਪੇ ਨਿਰਮਲ ਸੋਏ। ਕਹਿੰਦੇ ਜਿਹੜੀ ਇਹ ਜਗਤ ਦੀ ਖੇਡ ਚੱਲ ਰਹੀ ਹੈ, ਇਹ ਪਰਮੇਸ਼ਰ ਆਪ ਹੀ ਚਲਾ ਰਿਹਾ ਹੈ। ਜੋ ਕੁਛ ਕਰਦਾ ਜਗਤ ਵਿੱਚ ਉਹੀ ਹੋ ਰਿਹਾ। ਕਹਿੰਦੇ ਆਪ ਵਿਕਾਰਾਂ ਤੋਂ ਨਿਰਮਲ ਹੈ, ਉਹਦੀ ਵਡਿਆਈ ਵੀ ਨਿਰਮਲ ਹੈ। ਆਪੇ ਕੀਮਤ ਪਾਇਦਾ ਪਿਆਰਾ, ਆਪੇ ਕਰੇ ਸੋ ਹੋਏ। ਆਪੇ ਅਲਖ ਨ ਲਖੀਐ ਪਿਆਰਾ, ਆਪ ਲਿਖਾਵੈ ਸੋਏ। ਕਹਿੰਦੇ ਪਰਮੇਸ਼ਰ ਦੀ ਕੋਈ ਕੀਮਤ ਨਹੀਂ ਪਾ ਸਕਦਾ, ਉਹਦੀ ਕੀਮਤ ਉਹ ਆਪ ਹੀ ਪਾ ਸਕਦਾ। ਜੋ ਕੁਛ ਉਹ ਕਰਦਾ ਜਗਤ ਵਿੱਚ ਉਹੀ ਹੁੰਦਾ। ਪਰਮੇਸ਼ਰ ਦਾ ਸਰੂਪ ਲਿਖਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਪਰਮੇਸ਼ਰ ਜਿਹਨੂੰ ਆਪਣੇ ਸਰੂਪ ਦੀ ਸੋਝੀ ਦੇਣਾ ਚਾਹੁੰਦਾ, ਉਹਨੂੰ ਹੀ ਆਉਂਦੀ ਆ। ਆਪੇ ਗਹਿਰ ਗੰਭੀਰ ਹੈ ਪਿਆਰਾ, ਤਿਸ ਜੇਵੜ ਅਵਰ ਨ ਕੋਏ। ਸਭ ਘਟ ਆਪ ਭੋਗਵੈ ਪਿਆਰਾ, ਵਿੱਚ ਨਾਰੀ ਪੁਰਖ ਸਭ ਸੋਏ। ਨਾਨਕ ਗੁਪਤ ਵਰਤਦਾ ਪਿਆਰਾ, ਗੁਰਮੁਖ ਪ੍ਰਗਟ ਹੋਏ। ਕਹਿੰਦੇ ਪਰਮੇਸ਼ਰ ਇੱਕ ਅਥਾਹ ਸਮੁੰਦਰ ਵਾਂਗ ਹੈ, ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ। ਉਹਦੇ ਵੱਡਾ
ਉਹਦੇ ਜਿੱਡਾ ਵੱਡਾ ਹੋਰ ਕੋਈ ਹੈ ਨਹੀਂ, ਪਰਮੇਸ਼ਰ ਦੇ ਬਰਾਬਰ ਦਾ ਕੋਈ ਨਹੀਂ ਹੈ। ਸਾਰੇ ਸਰੀਰਾਂ ਦੇ ਵਿੱਚ ਉਹ ਆਪ ਹੀ ਵਿਆਪਕ ਹੈ, ਚਾਹੇ ਕੋਈ ਇਸਤਰੀ ਹੈ ਚਾਹੇ ਕੋਈ ਪੁਰਖ ਹੈ, ਸਾਰੇ ਸਰੀਰਾਂ ਵਿੱਚ ਵਿਆਪਕ ਹੈ। ਸਾਰੇ ਸਰੀਰਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ। ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਗੁਪਤ ਵਰਤ ਰਿਹਾ ਹੈ ਹਰ ਇੱਕ ਜਗ੍ਹਾ ਤੇ ਗੁਰੂ ਦੇ ਸਨਮੁਖ ਹੋਇਆਂ ਪ੍ਰਤੱਖ ਹੁੰਦਾ ਹੈ, ਜਿਸ ਤੇ ਪ੍ਰਸੰਨ ਹੁੰਦਾ ਹੈ। ਗੁਰੂ ਦੇ ਰਾਹੀਂ ਜਿਸ ਨੂੰ ਆਪਣਾ ਸਰੂਪ ਬਿਆਨ ਕਰਨਾ ਚਾਹੁੰਦਾ ਹੈ, ਉਸ ਨੂੰ ਹੀ ਆਪਣੇ ਬਾਰੇ ਸੋਝੀ ਬਖਸ਼ਦਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ।